ਕਚੜਿਆ ਸਿਉ ਕੋ ਨਾਨਕ ਕਚੜਿਆ ਸਿਉ ਕੋ ਨਾਨਕ ਕਚੜਿਆ ਸਿਉ ਕੋ ਨਾਨਕ ਕਚੜਿਆ
कचड़िया स्यों तोड़, झड़ झड़ पाउंदे कच्चे बिरही, जिन्ना कार ना आई। नानक कचड़िया स्यों तोड़, ढूंढ सज्जन संत पक्के। क्यों? ਨਿਰਣਾ ਅਗਲੀ ਤੁਕ ਵਿੱਚ ਇਹ ਦਿੰਦੇ ਨੇ, ਉਹ ਜੀਵਨ ਦੇ ਵਿਛੜਾ ਕਚੜੇ। ਹਦਾਇਤ ਇਸ ਕਰਕੇ ਕਰਦੇ ਨੇ ਵੀ ਵਰਲ ਸਹਾਇਕ ਗੁਰੂ ਤੇ ਰਹਿਤਵਾਨ ਸਿਮਰਨ ਕਰਨ ਵਾਲੇ, ਭੇਖ ਪਹਿਰਾਵੇ ਤੋਂ ਉੱਚਾ ਜੋ ਅਮਲੀ ਜੀਵਨ ਵਾਲਾ ਗੁਰਮੁਖ ਕੋਈ ਹੋਵੇ, ਐਸੇ ਗੁਰੂ ਕੇ ਲਾਲ ਦੀ ਖੋਜ ਢੂੰਡ ਕਰ ਤੇ ਕੱਚਿਆਂ ਨਾਲੋਂ ਆਪਣਾ ਸੰਗ, ਆਪਣਾ ਸਾਥ, ਆਪਣੀ ਮੇਲ ਮਿਲਾਪੜੀ ਤੋੜ ਦੇ। ਇਸ ਕਰਕੇ ਕਹਿੰਦੇ ਨੇ ਵੀ ਉਹ ਜੀਵਨ ਦੇ ਵਿਛੜਾ, ਕੱਚੇ ਜਿਉਂਦੇ ਜਿਉਂਦੇ ਵਿਛੜ ਜਾਂਦੇ ਨੇ, ਗਰਜਦੇ ਹੁੰਦੇ ਨੇ, ਤੇ ਪੱਕੇ ਜਿਉਂਦਿਆਂ ਤਾਂ ਕੀ ਛੱਡਣਾ ਸੀ, ਮਰ ਕੇ ਵੀ ਸਾਥ ਨਹੀਂ ਛੱਡਦੇ। ਇਹ ਗੁਰਮੁਖ ਦੀ ਨਿਸ਼ਾਨੀ ਹੈ। ਜਿੱਥੇ ਆਪ ਜਾ ਕੇ ਬਹਿੰਦਾ ਤੇ ਪਿੱਛੇ ਰਹਿ ਗਿਆ ਨੂੰ ਵੀ ਫਿਕਰ ਹੁੰਦਾ ਵੀ ਜਦੋਂ ਪਰਿਵਾਰ ਦੇ ਨਾਲ ਸੰਗਤ ਮੰਡਲ ਦੇ ਸੱਜਣ ਵਾਰੀ ਵਾਰੀ ਆਉਣੇ ਨੇ। ਅੱਜ ਤੱਕ ਮਹਾਂਪੁਰਖ ਆਤਮਾ ਸਰੀਰ ਕਰਕੇ ਸਾਨੂੰ ਦਾਇਮੀ ਵਿਛੋੜਾ ਦੇ ਕੇ ਗਈ। ਇਹ ਉਹਨਾਂ ਲਈ ਸੱਚਮੁੱਚ ਦੁੱਖ ਦਾ ਕਾਰਨ ਹੈ ਜਿਹੜੇ ਮਿਲਾਪ ਸਰੀਰ ਕਰਕੇ ਮੰਨਦੇ ਹਨ, ਜਿਨ੍ਹਾਂ ਨੂੰ ਸਿਰਫ ਸਰੀਰ ਦੇ ਮਿਲਾਪ ਦਾ ਸੁੱਖ ਹੈ, ਸਰੀਰ ਦੇ ਵਿਛੋੜੇ ਦਾ ਦੁੱਖ ਹੈ। ਉਹਨਾਂ ਲਈ ਸੱਚ ਇਹ ਐਸਾ ਹੀ ਸਮਾਂ ਹੈ। ਪਰ ਬਾਣੀ ਤਾਂ ਇਹ ਕਹਿੰਦੀ ਹੈ, ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ। ਜੇ ਚਿੱਤ ਕਰਦਾ ਵੀ ਰੋਣਾ ਤਾਂ ਫਿਰ ਰੋਵੋ, ਸਾਖਤ ਬਾਪੜੇ ਜੋ ਹਾਟੇ ਹਾਟ ਬਿਕਾਏ। ਰੋਵੋ ਉਹਨੂੰ, ਰੋਣਾ ਚਾਹੀਦਾ ਹੈ। ਕਿਉਂ? ਜਦੋਂ ਕੋਈ ਸੱਜਣ ਦੇ ਉੱਤੇ ਉਹਦੀ ਖਸਤਾ ਹਾਲਤ ਵੇਖ ਕੇ ਤਰਸਯੋਗ ਉਹਦੀ ਹਾਲਤ ਵੇਖੇ ਨਾ ਕੋਈ, ਤਾਂ ਹਰ ਦਰਦਵੰਦ ਆਤਮਾ ਰੱਖਣ ਵਾਲੇ ਮਨੁੱਖ ਨੂੰ ਉਸ ਦੇ ਉੱਤੇ ਰਹਿਮ ਆਉਂਦਾ ਹੈ, ਤਰਸ ਜਾਗਦਾ ਹੈ। ਕਿਉਂ? ਉਹਦੇ ਵਿੱਚ ਕੋਈ ਘਾਟ ਹੈ, ਉਹਦੇ ਵਿੱਚ ਕੋਈ ਥੁੜ ਹੈ। ਉਹ ਕਿਸੇ ਚੀਜ਼ ਦੀ ਥੁੜ ਨੂੰ ਮਹਿਸੂਸ ਕਰਕੇ ਬਹੁਤ ਹੀ ਦੁਖੀ ਅਵਸਥਾ ਦੇ ਵਿੱਚ ਜੀਵਨ ਬਸਰ ਕਰ ਰਿਹਾ ਹੈ। ਸਾਕਤ ਸਮੁੱਚੀ ਆਪਣੀ ਅਵਰਦਾ, ਸਮੁੱਚੀ ਉਮਰਾ, ਅਵਰਦਾ ਉਮਰਾ ਸੰਸਾਰ ਪਦਾਰਥਾਂ ਤੇ ਮਾਇਕ ਸੁੱਖਾਂ ਦੇ ਗ੍ਰਹਿਣ ਕਰਨ ਦੇ ਵਿੱਚ ਲੱਗਾ ਰਹਿੰਦਾ ਹੈ। ਐਸੇ ਪੁਰਖ ਲਈ ਗੁਰੂ ਨੇ ਆਪਣੇ ਸੁਜਾਨ ਸਿੱਖਾਂ ਨੂੰ ਸੂਚਿਤ ਤੇ ਖਬਰਦਾਰ ਕੀਤਾ ਹੈ। ਆਖੀ ਹੈ ਗੱਲ ਕਬੀਰ, ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਕੀ ਕਾਰਨ? ਬਾਸਨ ਕਾਰੋ ਪਰਸੀ ਹੈ। ਕਾਲੇ ਬਰਤਨ ਦੇ ਨਾਲ ਆਪਾਂ ਛੋਹ ਲਈਏ ਆਪਣਾ ਕੋਈ ਅੰਗ, ਕੋਈ ਬਸਤਰ, ਕੋਈ ਕੱਪੜਾ, ਤੇ ਫਿਰ ਉਹ ਕਾਲੇ ਬਰਤਨ ਨੇ ਆਪਣਾ ਕੁਝ ਨਾ ਕੁਝ ਨਿਸ਼ਾਨ, ਕੁਝ ਨਾ ਕੁਝ ਆਪਣੀ ਯਾਦ, ਕੁਝ ਨਾ ਕੁਝ ਉਹਦਾ ਤੇ ਸਾਡਾ ਜੋ ਮੇਲ ਹੋਇਆ, ਉਹ ਆਪਣੇ ਉਹਨੇ ਮੋਹਰ ਲਾਉਣੀਆਂ ਵੀ ਮੈਂ ਕਦੇ ਕਿਸੇ ਨੂੰ ਮਿਲਿਆ ਸਾਂ। ਤੇ ਗਰੀਬ ਨਿਵਾਸ ਕਹਿੰਦੇ ਨੇ, ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ। ਕਿਉਂਕਿ ਬਾਣੀ ਇਹ ਗੱਲ ਕਹਿੰਦੀ ਹੈ, ਗੁਰਮੁਖ ਮੂਏ ਜੀਵਨ ਦੇ ਪ੍ਰਵਾਨ ਹੈ।
ਮਨਮੁਖ ਜਨਮ ਮਰਾਏ। ਫਿਰ ਅਗਲੀ ਤੁਕ ਵਿੱਚ ਕਹਿੰਦੇ ਆ ਨਾਨਕ ਮੂਏ ਨਾ ਆਖੀਆਂ। ਫਿਰ ਕਹਾਂਗੇ ਅੱਜ ਅਸੀਂ ਹੈ ਹੀਆਂ ਸਾਡਾ। ਜਦੋਂ ਇਹ ਗਿਆਨ ਹੋਵੇ ਫਿਰ ਨਹੀਂ ਕਹਿ ਹੁੰਦਾ। ਨਾਨਕ ਮੂਏ ਨਾ ਆਖੀਆਂ, ਕਿਉਂਕਿ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਸਿੱਟਾ ਸਿੱਟਾਏ ਵੀ ਮਿਟ ਗਏ ਗਵਨ ਪਾਏ, ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ। ਜਿਹਦਾ ਆਵਾ ਗਵਨ ਆਉਣਾ ਜਾਣਾ ਮਿਟ ਜਾਏ, ਜਿਹੜਾ ਟਿਕ ਕੇ ਆਪਣੇ ਘਰ ਵਿੱਚ ਬੈਠ ਜਾਏ, ਸਭੋ ਰਾਮ ਸਭੋ ਸੁਖ ਪ੍ਰਾਪਤ ਉਸ ਨੂੰ ਹੋਣ, ਫਿਰ ਆਪਾਂ ਉਹਦੇ ਤੇ ਅਫਸੋਸ ਕਰਾਂਗੇ? ਬਣਦਾ ਨਹੀਂ, ਇਹ ਨਹੀਂ ਬਣਦਾ। ਜਿਵੇਂ ਬੂੰਦ ਕੋਈ ਨਦੀ, ਕੋਈ ਨਾਲਾ, ਕੋਈ ਵਹਿੰਦਾ ਪਾਣੀ ਦਾ ਵਹਾਅ, ਜਦੋਂ ਆਪਣੀ ਵੱਖਰੀ ਹੋਂਦ ਹਸਤੀ ਰੱਖਦਾ ਹੈ, ਉਦੋਂ ਚਾਹੇ ਉਹ ਬੂੰਦ ਦੇ ਰੂਪ ਵਿੱਚ ਹੈ, ਚਾਹੇ ਉਹ ਆੜ ਦਾ ਪਾਣੀ ਹੈ, ਚਾਹੇ ਉਹ ਵਰਖਾ ਦਾ ਪਾਣੀ ਹੈ, ਚਾਹੇ ਉਹ ਦਰਿਆ ਦਾ ਪਾਣੀ ਹੈ, ਚਾਹੇ ਉਹ ਨਦੀ ਦੇ ਰੂਪ ਵਿੱਚ ਵਹਿੰਦਾ ਹੈ, ਉਹਨਾਂ ਚਿਰ ਹੀ ਉਸ ਦੀ ਆਪਣੀ ਹਸਤੀ ਵੱਖਰੀ ਹੈ। ਉਹਨਾਂ ਚਿਰ ਜਦੋਂ ਸ਼ੌ ਸਾਗਰ ਦੇ ਵਿੱਚ ਜਾ ਸਮਾਇਆ, ਫਿਰ ਉਸ ਨਦੀ ਨਾਲੇ, ਉਸ ਬੂੰਦ ਦੀ, ਉਸ ਕਣੀ ਦੀ, ਉਸ ਦਰਿਆ ਦੀ ਆਪਣੀ ਹੋਂਦ ਹਸਤੀ ਕੋਈ ਨਹੀਂ ਰਹਿੰਦੀ। ਫਿਰ ਹੁੰਦਾ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਫਿਰ ਜਦੋਂ ਕੋਈ ਗੱਲ ਸੰਪੂਰਨ ਹੋ ਜਾਏ ਨਾ ਮਨੁੱਖ ਦੀ, ਜਦੋਂ ਮਨੁੱਖ ਦਾ ਆਰੰਭਿਆ ਹੋਇਆ ਕਾਰਜ ਕੋਈ ਪੂਰਾ ਹੋ ਜਾਏ, ਪੂਰਾ ਉਹਨੂੰ ਕਹਿੰਦੇ ਨੇ ਜੋ ਜਿਸ ਢੰਗ ਨਾਲ, ਜਿਸ ਯੁਕਤ ਨਾਲ, ਜਿਸ ਵਾਸਤੇ, ਜਿਸ ਰਿਜ਼ਲਟ ਲਈ, ਜਿਸ ਮਕਸਦ ਵਾਸਤੇ ਉਹ ਕਾਰਜ ਪੂਰਾ ਹੋ ਜਾਏ ਨਾ, ਪੂਰਾ ਉਹਨੂੰ ਤਦ ਕਹਿੰਦੇ। ਜਿਸ ਮਕਸਦ ਲਈ ਆਰੰਭਿਆ ਹੈ, ਜੇ ਉਸ ਮਕਸਦ ਦੀ ਪੂਰਤੀ ਹੈ ਤੇ ਫਿਰ ਕਾਰਜ ਸੱਚਮੁੱਚ ਪੂਰਾ ਹੈ। ਮਨੁੱਖ ਜੀਵਨ ਸੱਚਮੁੱਚ ਪੂਰਾ ਹੈ ਜੇ ਜਿਸ ਵਾਸਤੇ ਮਿਲਿਆ ਉਹ ਗੱਲ ਪ੍ਰਾਪਤ ਹੋ ਜਾਏ। ਕਿਸੇ ਬਖਸ਼ੇ ਹੋਏ ਗੁਰਮੁਖ ਗੁਰਖ ਸਿੱਖ ਦੇ ਮੇਲ ਨਾਲ ਇਹ ਪੂਰੇ ਹੋਣ ਵਾਲੇ ਪਾਸੇ ਨੂੰ ਤੁਰ ਪਵੇ। ਤੇ ਇਸ ਲਈ ਸੂਚਨਾ ਦੇ ਕੇ ਕਹਿੰਦੇ ਨੇ, ਕਿਉਂਕਿ ਥੋੜੀ ਜਿਹੀ ਮੈਂ ਗੱਲ ਕਹਿਣ ਲੱਗਾ ਸੀ ਵੀ ਆ ਦੋ ਸੱਜਣ, ਆਹ ਤਾਂ ਗੁਣ ਦਾ ਭੰਡਾਰਾ ਹੀ ਨੇ ਨਾ, ਤੇ ਆਹ ਇਸ ਭੰਡਾਰੇ ਵਿੱਚੋਂ ਨਿਕਲੇ ਹੋਏ ਛੋਟੇ ਛੋਟੇ ਨਦੀਆਂ ਨਾਲੇ ਨੇ। ਉਹ ਕਈ ਦਫਾ ਐਸਾ ਹੁੰਦਾ ਹੈ ਵੀ ਉਹ ਸ਼ੌ ਸਾਗਰ ਹਜੇ ਸ਼ਾਂਤ ਹੁੰਦਾ, ਪਰ ਉਹਦੇ ਵਿੱਚੋਂ ਵੱਖਰੀ ਹੋਈ ਹੋਈ ਆੜ ਕੋਈ ਛੋਟਾ ਜਿਹਾ ਦਰਿਆ ਕਈਆਂ ਥਾਵਾਂ ਤੇ ਬਹੁਤਾ ਹੀ ਤਿੱਖਾ ਵਗਦਾ ਹੋਵੇ। ਤੇ ਐਸੀ ਗੱਲ ਹੀ ਇਹਨਾਂ ਭੁਜੰਗੀਆਂ ਨਾਲ, ਕਿਉਂਕਿ ਜਦੋਂ ਕਾਮਲ ਉਸਤਾਦ ਮਿਲ ਜਾਏ ਨਾ, ਫਿਰ ਉਹ ਉਸਤਾਦ ਨੂੰ ਵੀ ਮੂਹਰਿਓਂ ਘੇਰ ਲਿਆਉਂਦੇ ਨੇ। ਇਸ ਕਾਰਨ ਕਰਕੇ ਆ ਦੋ ਤੁਕੀ ਆਪਾਂ ਸਮੇਂ ਦੇ ਰਾਗ ਦੇ ਵਿੱਚ ਆਪਾਂ ਗਾਈ ਹੈ। ਤੇ ਹੋ ਸਕਦਾ ਹੈ ਕਿਸੇ ਨੂੰ ਇਸ ਦੇ ਸ਼ਬਦ ਬੰਦਿਸ਼ ਕਰਨ ਵੇਲੇ ਨਾ ਸਮਝ ਵਿੱਚ ਆਏ ਹੋਣ, ਪਰ ਐਸੇ ਢੰਗ ਨਾਲ ਤਾਂ ਗਾਉਣ ਦੀ ਖੇਚਲ ਨਹੀਂ ਹੋਈ। ਸ਼ਬਦ ਦਾ ਭਾਵ, ਸ਼ਬਦ ਦਾ ਵਿਸਰਾਮ, ਸ਼ਬਦ ਦਾ ਤੋੜ ਜ਼ਰੂਰ ਇਸ ਢੰਗ ਨਾਲ ਗਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸਮਝ ਪੈ ਜਾਏ। ਨਾਨਕ ਇੱਥੇ ਵਿਸਰਾਮ ਹੈ, ਟਿਊਨ ਦੇ ਵਿੱਚ ਵੀ ਇਹੀ ਹੈ। ਨਾਨਕ ਕੱਚੜਿਆਂ ਸੋ ਤੋੜ, ਨਾਨਕ ਕੱਚੜਿਆਂ ਸੋ ਤੋੜ, ਕਰ ਕੀ ਢੂੰਡ ਸੱਜਣ ਸੰਤ ਪੱਕਿਆਂ, ਅੰਤਰੇ ਦੀ ਤੁਕਾਏ ਹੋਏ ਜੀਵਨ ਦੇ ਵਿਛੜਾ, ਉਹ ਮੋਹਿਆ ਨਾ ਜਾਈ ਛੋੜ। ਆਓ ਇਹ ਅਰਦਾਸ ਕਰੀਏ, 1-2 ਮਿੰਟ ਗਾ ਕੇ ਫਿਰ ਆਪਾਂ ਕੀਰਤਨ ਦਾ ਆਨੰਦ ਮਾਣਦੇ ਹਾਂ।
ਨਾਨਕ ਕਚੜਿਆ
ਬਿਰਹੇ ਦੀ ਪੁਕਾਰ ਜਿਹੜੀ ਹੈ ਇਹਦੇ ਵਿੱਚ ਬੜੀ ਕਸ਼ਿਸ਼ ਤੇ ਧੂ ਹੁੰਦੀ ਹੈ। ਇਹਦੇ ਵਿੱਚ ਠਰਹਮਾ ਹੁੰਦਾ ਹੈ, ਠਰਹਮਾ ਇਹ ਬਹੁਤ ਡੂੰਘੀ ਹੈ। ਬਿਰਹੇ ਦੀ ਧੁਨ, ਬਿਰਹੇ ਦੀ ਪੁਕਾਰ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਜੇ ਪੜ੍ਹੀਏ ਬਹੁਤ ਬਿਰਹਾ ਹੈ। ਗੁਰਮੁਖ ਸਖੀ ਸਹੇਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਨ ਜੀਵਾਇਆ। ਅੱਗੇ ਫਿਰ ਬੇਨਤੀ ਕਰਦੇ ਨੇ ਹਮ ਹੋਵੇਂ ਲਾਲੇ ਗੋਲੇ ਗੁਰਸਿੱਖਾਂ ਦੇ। ਕਿਹੜੇ ਹਨ? ਜਿਨ੍ਹਾਂ ਅਨ ਦਿਨ ਰਾਤ ਤੇ ਦਿਨ, ਜਿਨ੍ਹਾਂ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ। ਮੇਰੇ ਪ੍ਰਾਨ ਸਖਾ ਕਿੰਨਾ ਬਿਰਹਾ, ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਮੋਕੋ ਕਰੋ ਉਪਦੇਸ਼। ਕਿਸ ਗੱਲ ਦਾ? ਹਰ ਮਿਲੇ ਮਿਲਾਇਆ। ਇਹ ਗੁਰਮੁਖ ਦਾ ਜੀਵਨ ਹੈ, ਇਹ ਗੁਰਮੁਖ ਦੀ ਪੁਕਾਰ ਹੈ, ਇਹ ਗੁਰਮੁਖ ਦੀ ਕੂਕ ਹੈ, ਇਹ ਗੁਰਮੁਖ ਦੀ ਸੱਦ ਹੈ। ਪ੍ਰੇਮ ਨਾਲ ਬੋਲੋ। ਮੋਕੋ ਦੇਵੋ ਜੀ ਦਾਨ ਹਰ
मोको देवो दान हर प्राण दिवाया, हम हो लाले बोले गुर सिखांगे, हम हो लाले बोले गुर सिखांगे, जिन्ना अन दिन हर प्रभ पुरख दिया, मेरे मन तन बिरहो गुर सिख पगला, मेरे मन तन बिरहो गुर सिख पगला, मेरे मन तन बिरहो गुर सिख पगला, मेरे प्राण सखा गुर के सिख पाई, मेरे प्राण सखा हर जन संत मिलो मेरे भाई, मेरा हर प्रभ दसो मैं मेरी श्रद्धा पूर जग जीवन दाते, मिल हर दर्शन मन पीजै जी, मेरे प्राण सखा गुर के सिख भाई, जी मोको करो उपदेश, हर मिले मिला,
ਸਤਿਗੁਰੂ ਗੁਰਸਿੱਖ ਵੱਡ ਭਾਗੇ ਹੈ ਜਿਨ੍ਹਾਂ ਨੂੰ ਪਿਆਰੇ ਅਕਾਲ ਪੁਰਖ ਦੀ ਪਿਆਰੀ ਨਿੱਘੀ ਵਿਸ਼ਾਲ ਗੋਦ ਦਾ ਵਾਸਾ ਮਿਲ ਜਾਏ, ਜੋ ਦਿਨ ਰਾਤ ਉਸ ਦੇ ਸੱਚਖੰਡ ਦਰਬਾਰ ਦੇ ਵਿੱਚ ਸਮਾਧੀਆਂ ਲਾ ਕੇ ਕੀਰਤਨ ਸੁਣਦੀਆਂ ਹੋਣ ਆਤਮਾਵਾਂ। ਵੱਡ ਭਾਗੀ ਗੁਰ ਕੇ ਸਿੱਖ ਪਿਆਰੇ, ਕਿਉਂ? ਹਰ ਨਿਰਵਾਣੀ ਨਿਰਵਾਣ ਪਦ ਪਾਇਆ, ਮੁਕਤੀ ਦਾ ਪਦ। ਹਰ ਨਿਰਵਾਣੀ ਨਿਰਵਾਣ ਪਦ ਪਾਇਆ, ਨਿਰਵਾਣ ਪਦ ਪਾਇਆ। ਹਰ ਨਿਰਵਾਣੀ ਨਿਰਵਾਣ ਸਾਜੀ ਹੋਈ ਸੰਗਤ। ਸੰਗਤ ਉਹ ਜਿਹਦੇ ਵਿੱਚ ਗੁਰੂ ਆਪ ਬੈਠਾ ਤੇ ਆਪ ਵਸਦਾ ਹੋਵੇ, ਉਹ ਸੰਗਤ। ਸੰਗਤ ਦੇ ਰੂਪ ਧਾਰਨ ਕਰਨ ਵਾਲਾ ਹਰ ਗੁਰਮੁਖ ਮਾਈ ਭਾਈ ਉਸ ਸੰਗਤ ਦਾ ਇੱਕ ਹਿੱਸਾ ਬਣ ਗਿਆ ਹੋਵੇ। ਐਸੀ ਗੁਰੂ ਦੀ ਬਣਾਈ ਹੋਈ ਸੰਗਤ ਹਰੀ ਅਕਾਲ ਪੁਰਖ ਨੂੰ ਪਿਆਰੀ ਹੈ। सत संगत गुर की हर प्यारी, क्यों? संगतो जिन हर हर नाम मीठा मन भाया, मन नू मिठा लग गया। इदू उल्ट जिन सत गुर संग ना
ਸਮਝਣ ਵਿੱਚ ਕਈ ਦਫਾ ਭੁਲੇਖਾ ਪੈ ਜਾਂਦਾ ਹੈ। ਸੋ ਉਸ ਅੰਤਲੀ ਤੁਕ ਦਾ ਕੀਰਤਨ ਕਰਨ ਤੋਂ ਪਹਿਲਾਂ ਆਪਾਂ ਉਹ ਭੁਲੇਖਾ ਸਮਝ ਲਈਏ। ਪਹਿਲੀ ਤੁਕ ਵਿੱਚ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਆਪ ਕਿਰਪਾਲ ਕਿਰਪਾ ਪ੍ਰਭ ਧਾਰੇ, ਫਿਰ ਆਪੇ ਗੁਰਮੁਖ ਮਿਲੇ ਮਿਲਾਇਆ। ਅਗਲੀ ਤੁਕ ਹੈ, ਜਨ ਨਾਨਕ ਬੋਲੇ ਗੁਣ ਬਾਣੀ। ਕਈ ਦਫਾ ਸੁਣਨ ਵਾਲੇ ਸੱਜਣ ਵੀਰ ਭੈਣਾਂ ਕਿਉਂਕਿ ਧੁੰਦੇ ਵਿੱਚ ਪਤਾ ਨਹੀਂ ਲੱਗਦਾ, ਗੁਰਬਾਣੀ ਪੜ੍ਹ ਲੈਂਦੇ ਆ ਪਹਿਲੇ ਨੇ। ਜਨ ਨਾਨਕ ਬੋਲੇ ਕੀ ਗੁਣ ਬਾਣੀ, ਬਾਣੀ ਦੇ ਗੁਣ ਬੋਲਦਾ। ਕੀ ਨੇ ਗੁਣ ਬਾਣੀ ਦੇ? ਹੁਣ ਅਗਲੀ ਤੁਕ ਵਿੱਚ ਉਹਦਾ ਅਰਥ ਖੋਲਿਆ, ਗੁਰਬਾਣੀ। ਇੱਥੇ ਗੁਰਬਾਣੀ ਪਹਿਲੀ ਤੁਕ ਚ ਹੈ, ਜਨ ਨਾਨਕ ਬੋਲੇ ਗੁਣ ਬਾਣੀ। ਕੀ ਗੁਣ? ਗੁਰਬਾਣੀ ਹਰ ਨਾਮ ਸਮਾਇਆ। ਬਾਣੀ ਦਾ ਗੁਣ ਇਹ ਹੈ ਵੀ ਬਾਣੀ ਵਿੱਚ ਨਾਮ ਸਮਾਇਆ ਹੋਇਆ ਹੈ। ਬਾਣੀ ਵਿੱਚ ਨਾਮ ਅਭੇਦ ਹੈ, ਬਾਣੀ ਤੇ ਨਾਮ ਦੋਵੇਂ ਇਕੱਠੇ ਨੇ। ਬਾਣੀ ਵਿੱਚ ਨਾਮ ਰਚਿਆ ਹੋਇਆ, ਇਹ ਬਾਣੀ ਦਾ ਗੁਣ ਹੈ, ਸਮਾਇਆ ਹੋਇਆ ਵਿੱਚ। ਬਸ ਇਹ ਹੁਣ ਅੰਤਲੀ ਤੁਕ ਗਲਤ ਨਾ ਪੜੀਏ, ਜੇ ਉਹਦਾ ਉਚਾਰਨ ਆ ਜਾਏ ਤਾਂ ਅਰਥ ਬਹੁਤ ਸੌਖਾ ਸਿੱਧਾ ਹੋ ਜਾਂਦਾ। ਜਨ ਨਾਨਕ ਬੋਲੇ ਗੁਣ ਬਾਣੀ। ਕੀ ਗੁਣ ਬਾਣੀ ਦੇ? ਗੁਰਬਾਣੀ ਹਰ ਨਾਮ ਸਮਾਇਆ। ਜਨ ਨਾਨਕ ਬੋਲੇ ਸ਼ਹੀਦੀ ਪੁਰਬ ਐਸੇ ਸਮਾਗਮ ਦੇ ਵਿੱਚ ਆਇਆ। ਸ਼ਹੀਦੀ ਪੁਰਬ ਗੁਰੂ ਅਰਜਨ ਸਾਹਿਬ ਪਾਤਸ਼ਾਹ 4 ਤਾਰੀਖ ਨੂੰ ਗੁਜ਼ਰ ਗਿਆ।
प्यार सत्कार शरधा नाल उस भानी दे लाल नूं, उस बाणी दे बोहत नूं तती तवी ते भी बैठा देखो ते श्री दरबार साहब के अंदर भी बैठा वेखो। प्यार सत्कार नाल एक दफा सिजदा गुरु ग्रंथ साहब नूं उन्हां दा स्वरूप जान के आखो धन गुरु अर्जन साहिब पातशाह। शब्द हजारे दे शब्दों में आपां हर रोज नितनेम विच पढ़दे हां, मेरा मन लोचे गुरदर्शन ताई पढ़दे किवें लोचदा है, तशवीह दिंदे ने, तुलना दिंदे ने, जिवें कहने आ ना इस मुंडे दा मूँह चंद वर्गा, तशवीह दिंदे आ ना उहदे। एक छोटा जिहा निक्का जिहा पंछी है, निक्का जिहा बहुत निक्का, उहदे सिर विच गली है, ਉਹਦੀ ਭੁੱਖ है, ਉਹਦੀ प्यास है एक वस्तु की जिन्हें स्वांति बूंद कहते हैं। स्वांति बूंद के अंदर एक खासियत है, जे पपीहे के मूँह में पै जाए, जो दिन रात उसकी प्राप्ति लिए कूकदा है, दिन रात कूकदा है। बहुत बरखा होती है, मूसले तार बरखा होती है, हड़ां दे हड़ आउंदे ने, जे पुकार उसके दर ते नहीं कबूली गई तो भावें मणा नूं पानी वरस गया, हड़ आ गए ते पिंडां दे पिंड रुड़ गए, पर पपीहा फिर भी प्यासा है, ओदी प्यास नहीं बुझी, ओदी प्यास बहुलता विच नहीं, सिर्फ एक बूंद विच। सिख की प्यास की बुझाउणा एक वाहिगुरू शब्द के उचारण विच, सिख की आत्मा का रज है। सिख दियां सभे भुखां इस वाहिगुरू शब्द के विच समा जांदियां हन, सब मिट जांदियां। वो स्वांति बूंद जे पपीहे दे मुख विच पै जाए ना, पपीहे दे, ओदी प्यास बुझ जाती है, भटकना मुक जाती है, कूकना उहदा हट जाता है। जे समुद्र की छाती के उत्ते तरदी सिप्पी के मूँह में पै जाए, फिर वो निगूणी सिप्पी जिहड़ी है ना, उस स्वांति बूंद नूं लैके समुद्र की तह दे विच जा समाउंदी है, कुछ समय बाद मोती नूं जन्म दिंदी है। पर वही वो शांति बूंद वो खुले मुंह वाली उस निगूणी सिप्पी नूं इस सुभाग बनाया भी वो मोती नूं जन्म दे देवे। पर जे कोई वो बूंद किसी गिद्दड़ के मुंह में पै जाए तो फड़क जाता है। फिर वस्तु अधिकारी भी हुई ना, गिद्दड़ ओहदा अधिकारी नहीं। गिद्दड़ की प्यास किवें बुझदी, गिद्दड़ मोती नूं किवें जन्म दिंदा, ओहदा अधिकारी नहीं। इवें सिख नूं किसी गुरमुख की बख्शिश, गुरु की असीस, नाम की दात, गुरु के घर जन्म लैण का सुभाग नसीब जे होना है तो उन्होंने भी अधिकारी बनना। जे अंदर भुख नहीं, गुरमुख के दीदारा की कशिश ते ओहदा इश्क नहीं, गुरमुख की संगत प्राप्ति की जे बेवलता नहीं, बस फिर वही हाल है जो तीसरे का होया है। आउंदे ने महापुरख पास, आउंदे ने एक गर्ज समाई है मन विच, संसारी गर्ज।
ਚਰਨ ਵੀ ਫੜਦੇ ਨੇ, ਕੁਝ ਭੇਟਾਂ ਵੀ ਲਿਆਉਂਦੇ ਨੇ, ਸਤਿਕਾਰ ਵੀ ਵਿਖਾਉਂਦੇ ਨੇ, ਪਰ ਉਸ ਸਭੋ ਕੁਝ ਦੇ ਪਿੱਛੇ ਕਰਜ਼ ਹੈ ਕਿ ਪੂਰੀ ਹੋ ਗਈ ਤਾਂ ਮੁੜ ਕੇ ਵੀ ਉਸ ਦਰਸ਼ਨ ਦਾ ਸੁਭਾਗ ਲੈ ਲੈਣਗੇ, ਨਹੀਂ ਤਾਂ ਫਿਰ ਕੋਈ ਹੋਰ ਦਰ ਢੂੰਡਣਗੇ। ਗੁਰਸਿੱਖ ਇਸ ਵਸਤੂ ਦਾ ਇਸ ਕਰਕੇ ਸੰਗਤ ਨਹੀਂ ਸਿੱਖਦੀ ਕਰਦਾ। ਇਹ ਸੰਸਾਰ ਦੇ ਜੰਜਲ, ਸੰਸਾਰ ਦੇ ਝੰਜਟ, ਸੰਸਾਰ ਦੀਆਂ ਥੁੜਾਂ, ਇਹ ਗੁਰਮੁਖ ਦੇ ਮੇਲ ਤੇ ਗੁਰਮੁਖ ਦੀ ਸੰਗਤ ਵਿੱਚੋਂ ਪ੍ਰਾਪਤ ਕਰਨ ਵਾਲੀਆਂ ਵਸਤੂ ਨਹੀਂ। ਇਹ ਤਾਂ ਗਿੱਦੜ ਵਾਂਗੂ ਉਹ ਸਵਾਂਤੀ ਬੂੰਦ ਲੈ ਕੇ ਹਲਕਣ ਵਾਲਾ ਕੰਮ ਹੈ। ਗੁਰਮੁਖ ਦੀ ਸੰਗਤ ਵਿੱਚ ਜਾ ਕੇ, ਗੁਰੂ ਦੀ ਸੰਗਤ ਵਿੱਚ ਜਾ ਕੇ ਕੀ ਸੀ ਮਾਤਾ ਭਾਗ ਭਰੀ, ਗਰੀਬ ਨਹੀਂ ਸੀ, ਖੱਦਰ ਦਾ ਰੇਜਾ, ਖੱਦਰ ਦਾ। ਪਿਆਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਲਈ ਉਹਨਾਂ ਨੇ ਬੁਣਿਆ ਸੀ। ਬੁਣ ਕੇ ਮੇਰੇ ਸਤਿਗੁਰੂ ਨੂੰ ਅਰਦਾਸ ਕੀਤੀ, ਗੁਰੂ ਨੇ ਉਹ ਪ੍ਰਾਪਤ ਕੀਤਾ ਤੇ ਉਹ ਅਸਥਾਨ ਪੂਜਨੀਕ ਬਣ ਗਿਆ ਸਿੱਖਾਂ ਲਈ। ਬਹੁਤ ਸਾਰੇ ਸੱਜਣ ਸਾਡੇ ਵਰਗੇ ਦਰਸ਼ਨ ਕਰਨ ਜਾਂਦੇ ਨੇ ਉੱਥੇ, ਕਸ਼ਮੀਰ ਜਿਹੜੇ ਸੈਲਾਨੀ ਜਾਂਦੇ ਨੇ, ਦੇਖਦੇ ਨੇ, ਪਰ ਇੱਕ ਸਾਧਕ ਸਿੱਖ ਆ ਜੋ ਉਸ ਮਾਈ ਦੇ ਅਸਥਾਨ ਦੇ ਉੱਤੇ ਗਿਆ ਹੈ, ਕਹਿੰਦਾ ਜਿਸ ਕਿਣਕੇ ਹੋ ਬੁੱਢੀ ਠੇਰੀ ਰਹੀ ਜਵਾਨੀ ਚੜੀਆਂ। ਮਾਂ, ਜਿਹੜੇ ਕਿਣਕੇ ਦੇ ਕਾਰਨ ਤੂੰ ਬੁੱਢੀ ਠੇਰੀ ਜਵਾਨ ਵਾਂਗੂ ਉਹ ਹੁੰਬਲੇ ਮਾਰਨ ਲੱਗੀ, ਜਿਸ ਪਾਤਸ਼ਾਹ ਦੇ ਆਉਣ ਕਰਕੇ, ਜਿਸ ਸਿੱਖ, ਜਿਸ ਪਿਆਰ ਦੀ ਵਲਵਲੇ ਕਰਕੇ, ਮਾਂ ਅੱਜ ਉਸ ਕਿਣਕੇ ਦਾ ਕੁਝ ਵੰਡ ਵੰਡਾ ਵੀ ਕਰ, ਕੁਝ ਮੇਰੀ ਝੋਲੀ ਵੀ ਪਾ। ਸਵਾਦ ਆਇਆ ਨਾ ਮਹਾਂਪੁਰਖ ਦੀ ਸੰਗਤ ਦਾ। ਬਸ ਇਹ ਭੇਦ ਹੈ ਗੁਰੂ ਕੇ ਲਾਲਾਂ ਦੀ ਸੰਗਤ ਵਿੱਚ ਜਾਣ ਦਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਮੈਂ ਬਚਨ ਕਰ ਰਿਹਾ ਸੀ, ਸ਼ਹੀਦੀ ਪੁਰਬ ਗਿਆ ਹੈ ਨਾ ਆਪਣੇ, ਸ਼ਬਦ ਉਚਾਰਿਆ ਸੀ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਤੇ ਬਿਲਪ ਕਰੇ ਚਾਤਰਕ ਕੀ ਨੇ ਆਏ। ਚਾਤਰਕ ਪਪੀਹੇ ਨੂੰ ਕਹਿੰਦੇ ਨੇ। ਜੀਵਨਵਾਸ ਤ੍ਰਿਖਾ ਨਾ ਉਤਰੇ, ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਦੀ। ਇਹ ਵੇਦਲਤਾ ਦੀ ਅਵਸਥਾ ਮਿਲਾਪ ਵਿਚਾਈ ਆਪਾਂ ਸੰਖੇਪ ਕਰ ਲਈਏ। ਹੋਰ ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕਰਨਾ ਹੈ। ਜਦੋਂ ਫਿਰ ਸੁਭਾਗ ਮਿਲਿਆ, ਇਹ ਵੀ ਕਿਹਾ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਪਾਤਸ਼ਾਹ ਚਿਰ ਹੋਆ ਦੇਖੇ ਸਾਰੰਗ ਪਾਣ। ਸਾਰੰਗ ਪਾਣ ਕਹਿੰਦੇ ਨੇ, ਸਾਰੰਗ ਪਪੀਹੇ ਦਾ ਨਾਂ ਵੀ ਹੈ, ਸਾਰੰਗ ਮੋਰ ਦਾ ਨਾਂ ਵੀ ਹੈ, ਸਾਰੰਗ ਸ਼ੇਰ ਦਾ ਨਾਂ ਵੀ ਹੈ। 18 ਅਰਥ ਨੇ ਸਾਰੰਗ ਸ਼ਬਦ ਦੇ। ਇੱਕ ਹੈ ਸਾਰੰਗ, ਇੱਕ ਹੈ ਸਾਰੰਗ ਪਾਣ। ਇਹਦਾ ਅਰਥ ਇਹ ਨਹੀਂ ਸਾਰੰਗ ਨੂੰ ਆਪ ਪਪੀਹੇ ਨੂੰ ਪਾਣੀ ਦੇਖੇ ਨੂੰ ਚਿਰ ਹੋਇਆ, ਇਹ ਨਹੀਂ ਹੈ। ਇਹ ਸਾਰੰਗ ਪਾਣ ਇਕੱਠਾ ਸ਼ਬਦ ਹੈ। ਚਿਰ ਹੋਇਆ ਦੇਖੇ ਸਾਰੰਗ ਪਾਣ। ਸਾਰੰਗ ਪਾਣ ਹੈ ਗੁਰੂ ਰਾਮਦਾਸ। ਸਾਰੰਗ ਪਾਣ ਸਤਿਗੁਰੂ ਤੇਰਾ ਦੀਦਾਰ ਕੀਤਿਆਂ ਬਹੁਤ ਚਿਰ ਬੀਤ ਗਿਆ ਹੈ। ਧੰਨ ਸੁਦੇਸ਼ ਜਹਾਂ ਤੂੰ ਵਸਿਆ। ਮੇਰੇ ਸੱਜਣ ਮੀਤ ਮੁਰਾਰੇ ਦੀ। ਮੀਤ ਵੀ ਹੈ, ਮੁਰਾਰ ਮਾਲਕ ਵੀ ਹੈ। ਹਾਂ ਕੋਲੀ ਹਾਂ ਕੋਲ ਤੁਮਾਈ। ਤੋ ਸੱਜਣ ਮੀਤ ਮੁਰਾਰੇ ਦੀ। ਦੋ ਸਟੇਜਾਂ ਹੋਈਆਂ। ਪਹਿਲੀ ਦਫਾ ਨਹੀਂ ਕੁਛ ਬਣਿਆ, ਦੂਜੀ ਦਫਾ ਨਹੀਂ ਬਣਿਆ। ਬਿਰਹਾ ਦੀ ਤੀਸਰੀ ਸਟੇਜ ਹੈ। ਕੀ ਕਹਿੰਦੇ ਨੇ? ਜੀਵਨਵਾਸ ਇੱਕ ਘੜੀ ਨਾ ਮਿਲਤੇ
ਤਾਂ ਕਲਯੁਗ ਹੋਤਾ। ਇਹ ਮੇਰੀ ਅਵਸਥਾ ਸੀ, ਤੇਰੇ ਦਰਬਾਰ ਦੇ ਵਿੱਚ ਬਹਿੰਦੇ ਆ, ਤੇਰੇ ਦਰਸ਼ਨ ਕਰਦੇ ਆ। ਹੁਣ ਕਦ ਮੇਰੀ ਇਹ ਪ੍ਰਤਿ ਭਗਵਾਨ, ਕਦੋਂ ਸਮਾਂ, ਕਦੋਂ ਇਹ ਖੈਰ ਪਵੇ, ਕਦੋਂ ਇਹ ਪਿਆਸੇ ਨੈਣ ਤ੍ਰਿਪਤ ਹੋਣਗੇ, ਕਦੋਂ ਨਬੀ ਰੂਹ ਰਬੀ ਨੂਰ ਦਾ ਜਲਵਾ ਵੱਜੇਗਾ, ਅੰਤਰ ਆਤਮੇ ਪ੍ਰਕਾਸ਼ ਤੇ ਠੰਡ ਨਸੀਬ ਹੋਏਗੀ। ਇਹ ਬਿਰਹੇ ਦੇ ਸੱਲ, ਬਿਰਹੇ ਦੇ ਤੀਰ, ਬਿਰਹੇ ਦੀਆਂ ਇਹ ਅਣੀਆਂ, ਫਿਰ ਇਹ ਚੋਬੇ ਜਿਹੜੇ ਨੇ ਨਾ ਦਰਦ ਕਰਨੋਂ ਹਟ ਜਾਣਗੇ ਜਦੋਂ ਤੇਰੇ ਦੀਦਾਰ ਹੋ ਜਾਣਗੇ। ਮੋਹ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀ। ਇਹ ਵਿਛੋੜਾ, ਵਿਛੋੜੇ ਤੋਂ ਬਾਅਦ ਹੁੰਦਾ ਮੇਲ। ਇਹ ਵਿਛੋੜੇ ਦਾ ਦੁੱਖ ਹੈ, ਹੁਣ ਮੇਲ ਦਾ ਸੁੱਖ ਹੈ। ਮੇਲ ਦੇ ਸੁੱਖ ਵਿੱਚ ਕਹਿੰਦੇ ਨੇ ਭਾਗ ਹੋਆ ਗੁਰ ਸੰਤ ਮਿਲਾਇਆ। ਇਹ ਮੇਲ ਹੈ। ਕਬ ਅਬਨਾਸੀ ਘਰ ਮੈਂ ਪਾਇਆ, ਹਿਰਦੇ ਵਿੱਚ, ਬਾਹਰ ਨਹੀਂ। ਹਿਰਦੇ ਦੇ ਸੁੰਨੇ ਤਖਤ ਦੇ ਉੱਤੇ ਆ ਬਰਾਜਿਆ ਹੈ। ਹਿਰਦੇ ਦੀ ਸੁਣੀ ਪਈ ਸੇਜਾ ਉਸ ਮੇਰੇ ਮਾਲਕ ਨੇ ਮੰਨ ਲਈ ਹੈ ਆ ਕੇ। ਅੱਜ ਮੈਂ ਸੁਹਾਗਵੰਤੀ ਹੋ ਗਈ। ਸੰਤ ਮਿਲਿਓ ਤੇ ਮੇਰੋ ਸਭ ਦੁੱਖ ਜੋਇਓ। ਸੇਵ ਕਰੀ ਪਲ ਕਸਾ ਨਾ ਵਿਛੜ। ਹੁਣ ਨਹੀਂ ਜਾਂਦਾ, ਹੁਣ ਨਹੀਂ ਵਿਛੜ। ਜਨ ਨਾਨਕ ਦਾਸ ਤੁਮਾਰੇ ਸੀ। ਰੀਜੇ ਗੁਰੂ ਰਾਮਦਾਸ ਦੋਹਤਾ ਬਾਣੀ ਦਾ ਦੋਹਤਾ ਬਣ ਗਿਆ। ਗੁਰੂ ਅਮਰਦਾਸ ਸਾਹਿਬ ਦੇ ਪਲੰਘ ਦੇ ਉੱਤੇ ਗੁਰੂ ਅਰਜਨ ਸਾਹਿਬ ਵਿਹੜੇ ਵਿੱਚ ਖੇਡਦੇ ਖੇਡਦੇ ਤੀਸਰੇ ਪਾਤਸ਼ਾਹ ਦੇ ਪਲੰਘ ਦੇ ਉੱਤੇ ਚੜ੍ਹਨ ਲਈ ਹੁਬਲੇ ਮਾਰਦੇ ਸਨ। ਮਾਤਾ ਭਾਨੀ ਆ ਕੇ ਚੁੱਕਦੀ ਹੈ, ਕਹਿੰਦੇ ਨਹੀਂ ਭਾਨੀ, ਗੱਲ ਤਾਂ ਇਹ ਠੀਕ ਕਰ ਰਿਹਾ ਹੈ, ਪਰ ਇਸ ਅਵਸਥਾ ਵਿੱਚ ਹਜੇ ਦੇਰੀ ਹੈ, ਸਮੇਂ ਵਿੱਚ ਦੇਰੀ ਹੈ, ਬਹਿਣਾ ਹੀ ਨਹੀਂ ਹੈ ਇੱਥੇ, ਪਰ ਹਜੇ ਦੇਰੀ ਹੈ। ਪੁੱਤਰ ਕਹਿੰਦੇ ਬਹੁਤਾ ਕਾਹਲਾ ਨਾ ਪਾਓ, ਆ ਜਾਓ ਸਮਾਂ। ਜਿਹੜੀ ਮੈਂ ਗੱਲ ਕਹਿਣ ਲੱਗਾ ਸਾਂ, ਗੁਰੂ ਰਾਮਦਾਸ ਸਾਹਿਬ ਨੇ ਗੁਰੂ ਨਾਨਕ ਦਾ ਤਖਤ ਬਖਸ਼ ਦਿੱਤਾ ਗੁਰੂ ਅਰਜਨ ਸਾਹਿਬ ਨੂੰ। ਜਿਵੇਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਨੇ ਪੁੱਛਿਆ ਸੀ ਨਾ, ਜੇਠਿਆ ਮੈਂ ਤੇਰੀ ਸੇਵਾ ਤੇ ਬਹੁਤ ਪ੍ਰਸੰਨ ਹੋਇਆ, ਤੈ ਗੁਰੂ ਨਾਨਕ ਦੇ ਦਰ ਨੂੰ ਆਪਣੇ ਉੱਤੇ ਬਹੁਤ ਹੀ ਪ੍ਰਸੰਨ ਕੀਤਾ ਹੈ। ਜੇਠਿਆ ਮੰਗ ਪੜ੍ਹਦੇ ਆ ਨਾ, ਪਰ ਨਿਤ ਪਾਠ ਕਰਦੇ ਆ, ਨਿਤ ਪਾਠ। ਉਦੋਂ ਜੇਠਾ ਜੀ ਗੁਰੂ ਰਾਮਦਾਸ ਨੂੰ ਜੇਠੇ ਦੇ ਰੂਪ ਵਿੱਚ ਵੇਖਿਆ ਹੈ। ਗੁਜਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਨ। ਜਦੀਨ ਸੀ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਸੰਬੋਧਨ ਕਰਕੇ ਬੇਨਤੀ ਕਰਦੇ ਨੇ ਗੁਰੂ ਅਮਰਦਾਸ ਨੂੰ, ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ। ਕਿਉਂ? ਜਵਾਬ ਦਿੰਦੇ ਨੇ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ। ਪ੍ਰਾਣਾ ਦਾ ਮਿੱਤਰ, ਹਰ ਕੀਰਤ हरि दा जस हमरी रह रास, हमारी असली खुशी है। ये मंगया से अज जेठे अज वो जेठा गुरु रामदास का रूप धार के गुरु अर्जन साहब पातशाह नूं कहंदे, अर्जन देव गुरु नानक का तख्त लै बैठा, कुछ होर मंगदा है। बाड़ी में जितों पाया आउंदी है, कहंदे जे रिझे होण, जे प्रसन्न होए हो, हम मांगो तुझे दयाल।
ਕਰ ਦਾਸਾਂ ਗੋਲਿਆ, ਆਪਣੇ ਦਾਸਾਂ ਦਾ ਆਪਣੇ ਸਿੱਖਾਂ ਦਾ ਗੋਲਾ ਬਣਾ ਦੇਵੇ। ਮੰਨਦੇ ਹੋ? ਸਾਡੀ ਤਾਂ ਅਵਸਥਾ ਹੀ ਹੋ ਰਿਹਾ, ਜੇ 2 ਦਿਨ ਨਿਤਨੇਮ ਕਰ ਲਈ ਤਾਂ ਤੀਸਰੇ ਦਿਨ ਨੂੰ ਮਨ ਇੱਛਾ ਕਰਦਾ ਵੀ ਫਲਾਨਾ ਸਿੰਘ ਮੇਰੇ ਪੈਰੀਂ ਹੱਥ ਲਾਵੇ। 4 ਦਿਨ ਗੁਰੂ ਦਰਬਾਰ ਦੀ ਸੇਵਾ ਘਰ ਨਾ ਕਰ ਲਈਏ, ਵਿਮਾਨ ਦੇ ਘੋੜੇ ਤੇ ਚੜ ਜਾਂਦੇ ਆ। 2 ਸ਼ਬਦ ਪੜਨ ਜੋਗੇ ਹੋ ਜੀ ਦੇ ਕਹਿੰਦੇ ਵੀ ਹੈ ਹੀ ਕੋਈ ਨਹੀਂ। ਇਹ ਤਾਂ ਬੁਰਕੀਆਂ ਹੈ ਗੁਰੂ ਨਾਨਕ ਦੇ ਦਰਬਾਰੋਂ ਭਾਗਾਂ ਵਾਲਿਆਂ ਨੂੰ, ਜੇ ਪੈ ਜਾਣ ਤਾਂ ਠੀਕ ਆ, ਉਹਨਾਂ ਦੀ ਕਿਸਮਤ। ਗੁਰੂ ਬਣ ਕੇ ਮੈਂ ਗੱਲ ਇਹ ਕਹਿਣੀ ਚਾਹੁੰਦਾ ਵੀ ਕਿੱਡਾ ਵੱਡਾ ਸਿੱਖ ਦਾ ਸਤਿਕਾਰ ਹੈ ਗੁਰੂ ਦੇ ਵਿੱਚ। ਅਸੀਂ ਬੋਲਣ ਲੱਗੇ, ਅਸੀਂ ਸਿੱਖ ਨੂੰ ਸਤਿਕਾਰਨ ਲੱਗੇ, ਹੰਚਕ ਮਾਤਰ ਵੀ ਇਹ ਖਿਆਲ ਨਹੀਂ ਰੱਖਦੇ ਵੀ ਗੁਰੂ ਕੀ ਕਹਿੰਦਾ ਹੈ। ਹਾਂ ਮੰਗੋ ਤੁਝੇ ਦਿਆਲ, ਫਿਰ ਜੇ ਦਿਆਲ ਹੋਇਆ ਨਾ, ਜੇ ਆਖਿਆ ਵੀ ਮੰਗ ਲੈ, ਫਿਰ ਨਾ ਇਹ ਮੰਗਿਆ ਕਰ ਦਾਸਾਂ ਗੋਲਿਆ। ਬਸ ਇਹ ਪੱਲੇ ਬੰਨਣ ਵਾਲਾ ਮਹਾਂਪੁਰਖਾਂ ਦੀ ਸੰਗਤ ਤੇ ਉਹਨਾਂ ਦੀ ਬਰਸੀ ਮਨਾਉਣ ਵਿੱਚੋਂ ਜੇ ਸਿੱਖ ਨੂੰ ਸਿੱਖ ਪਿਆਰਾ ਨਹੀਂ ਲੱਗਦਾ, ਜੇ ਸਿੱਖ ਦੇ ਹਿਰਦੇ ਵਿੱਚ ਸਿੱਖ ਲਈ ਸਤਿਕਾਰ ਨਹੀਂ, ਜੇ ਸਿੱਖ ਦੇ ਹਿਰਦੇ ਵਿੱਚ ਸਿੱਖ ਦੇ ਦਰਸ ਮਿਲਾਪ ਦੀ ਤੜਪ ਨਹੀਂ, ਮਤਾ ਭੁਲੇਖੇ ਵਿੱਚ ਰਹੀਏ ਵੀ ਗੁਰੂ ਤੇ ਉਸ ਤੱਕ ਉਸ ਸੇਜੇ ਉਸ ਹਿਰਦੇ ਵਿੱਚ ਆ ਕੇ ਕਦੇ ਨਿਵਾਸ ਕਰ ਲਵੇਗਾ। ਭੁੱਲ ਕੇ ਵੀ ਐਸਾ ਨਹੀਂ ਰੱਖਣਾ ਚਾਹੀਦਾ। ਅਸੀਂ ਪੜ੍ਹ ਕੇ ਲਓ ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।